ਹੈਲੋ ਸਟੂਡੈਂਟਸ, ਕਲਾਸ 12th ਇਨਵਾਇਰਮੈਂਟਲ ਐਜੂਕੇਸ਼ਨ ਸੀਰੀਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਅਮਿਤਾ, ਲੈਕਚਰਰ ਬਾਇਓਲੋਜੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਰਾਜਪੁਰਾ, ਡਿਸਟ੍ਰਿਕਟ ਪਟਿਆਲਾ। ਸਟੂਡੈਂਟਸ, ਅੱਜ ਦੇ ਲੈਕਚਰ ਵਿੱਚ ਅਸੀਂ ਸਸਟੇਨੇਬਲ ਡਿਵੈਲਪਮੈਂਟ ਪਾਰਟ 3 ਸਟਾਰਟ ਕਰਾਂਗੇ। ਪ੍ਰੀਵੀਅਸ ਲੈਕਚਰਸ ਦੇ ਵਿੱਚ ਅਸੀਂ ਸਸਟੇਨੇਬਲ ਡਿਵੈਲਪਮੈਂਟ ਪਾਰਟ 1 ਐਂਡ ਸਸਟੇਨੇਬਲ ਡਿਵੈਲਪਮੈਂਟ ਪਾਰਟ 2 ਬਹੁਤ ਹੀ ਡਿਟੇਲ ਦੇ ਵਿੱਚ ਡਿਸਕਸ ਕੀਤਾ। ਐਂਡ ਆਈ ਐਮ ਸ਼ੋਰ ਕਿ ਹੁਣ ਤੱਕ ਤੁਸੀਂ ਟਿਕਾਊ ਵਿਕਾਸ ਦੀ ਪਰਿਭਾਸ਼ਾ ਤੋਂ ਭਲੀ ਭਾਂਤੀ ਜਾਣੂ ਹੋ ਚੁੱਕੇ ਹੋਵੋਗੇ। ਆਓ ਇੱਕ ਵਾਰ ਫਿਰ ਅਸੀਂ ਰਿਕਾਲ ਕਰ ਲੈਂਦੇ ਹਾਂ। ਟਿਕਾਊ ਵਿਕਾਸ ਕੀ ਹੈ? ਟਿਕਾਊ ਦਾ ਮਤਲਬ ਉਹ ਵਸਤੂ ਜੋ ਬਹੁਤ ਲੰਬੇ ਸਮੇਂ ਤੱਕ ਚਲਦੀ ਰਹੇ, ਜੋ ਘਟੇ ਨਾ। ਸੋ ਵਿਕਾਸ ਨੂੰ ਅਗਰ ਅਸੀਂ ਨਾਲ ਜੋੜ ਦਈਏ ਤਾਂ ਟਿਕਾਊ ਵਿਕਾਸ ਇੱਕ ਇਸ ਤਰ੍ਹਾਂ ਦਾ ਵਿਕਾਸ ਹੈ ਜਿਸ ਦੇ ਨਾਲ ਸਾਡੇ ਦੇਸ਼ ਦੀ ਇਕੋਨਮੀ ਤਾਂ ਵੱਧਦੀ ਹੀ ਹੈ, ਉਸ ਦੇ ਨਾਲ ਨਾਲ ਸਾਡਾ ਜਿਹੜਾ ਕੁਦਰਤੀ ਵਾਤਾਵਰਨ ਹੈ, ਸਾਡੇ ਕੁਦਰਤੀ ਸੋਮੇ ਨੇ, ਉਹਨਾਂ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ। ਪਿਛਲੇ ਅਧਿਆਏ ਦੇ ਵਿੱਚ ਅਸੀਂ ਦੇਖਿਆ ਕਿ ਟਿਕਾਊ ਵਿਕਾਸ ਸਾਡੇ ਲਈ ਕਿਉਂ ਜ਼ਰੂਰੀ ਹੈ, ਟਿਕਾਊ ਵਿਕਾਸ ਦੇ ਟੀਚੇ ਨੂੰ ਕਿਸ ਤਰ੍ਹਾਂ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਹੜੀਆਂ-ਕਿਹੜੀਆਂ ਸੰਸਥਾਵਾਂ ਨੇ, ਕਿਹੜੇ-ਕਿਹੜੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ, ਨੈਸ਼ਨਲ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਟਿਕਾਊ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਵਿੱਚ ਯੋਗਦਾਨ ਪਾਉਂਦੀਆਂ ਨੇ। ਅਸੀਂ ਬਹੁਤ ਹੀ ਡਿਟੇਲ ਦੇ ਵਿੱਚ ਡਿਸਕਸ ਕੀਤਾ। ਸੋ ਉਸੇ ਚੈਪਟਰ ਨੂੰ ਕੰਟੀਨਿਊ ਕਰਦੇ ਹੋਏ ਅੱਜ ਅਸੀਂ ਦੇਖਾਂਗੇ ਕਿ ਬੀਇੰਗ ਏ ਹਿਊਮਨ ਅਸੀਂ ਜਿਹੜਾ ਹੈ ਕਿੰਨਾ ਯੋਗਦਾਨ ਪਾ ਸਕਦੇ ਹਾਂ ਸਸਟੇਨੇਬਲ ਡਿਵੈਲਪਮੈਂਟ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ। ਸਮਾਜਿਕ ਤੌਰ 'ਤੇ ਸਾਡਾ ਸਮਾਜ ਕਿਸ ਤਰ੍ਹਾਂ ਦਾ ਯੋਗਦਾਨ ਪਾ ਸਕਦਾ ਹੈ ਤਾਂ ਕਿ ਟਿਕਾਊ ਵਿਕਾਸ ਲਗਾਤਾਰ ਹੁੰਦਾ ਰਹੇ। ਨੈਸ਼ਨਲ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਕਿਹੜੇ-ਕਿਹੜੇ ਕਦਮ ਚੁੱਕੇ ਜਾ ਰਹੇ ਨੇ ਜਿਸ ਦੇ ਨਾਲ ਸਸਟੇਨੇਬਲ ਡਿਵੈਲਪਮੈਂਟ ਹੈ ਜਿਹੜੀ ਉਹ ਅੱਗੇ ਵੱਧਦੀ ਰਹੇ। ਠੀਕ ਹੈ, ਸੋ ਅੱਜ ਅਸੀਂ ਇਹ ਬਹੁਤ ਹੀ ਡਿਟੇਲ ਦੇ ਵਿੱਚ ਫਿਰ ਇਸ ਟੌਪਿਕ ਦੀ ਚਰਚਾ ਕਰਾਂਗੇ। ਇੱਕ ਵਿਅਕਤੀ ਕੀ ਕਰ ਸਕਦਾ ਹੈ? ਬੀਇੰਗ ਏ ਹਿਊਮਨ ਅਸੀਂ ਟਿਕਾਊ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੀ ਕਰ ਸਕਦੇ ਹਾਂ? ਮਹਾਤਮਾ ਗਾਂਧੀ ਜੀ ਨੇ ਇੱਕ ਵਾਰ ਬਹੁਤ ਹੀ ਬਿਊਟੀਫੁਲ ਲਾਈਨਸ ਦੇ ਵਿੱਚ ਟਿਕਾਊ ਵਿਕਾਸ ਦੇ ਬਾਰੇ ਵਿੱਚ ਚਰਚਾ ਕੀਤੀ। ਉਹਨਾਂ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਔਰ ਮੈਂ ਇਸ ਤੱਥ ਨੂੰ ਜ਼ੋਰਦਾਰ ਸ਼ਬਦਾਂ ਦੇ ਵਿੱਚ ਕਹਿੰਦਾ ਹਾਂ ਕਿ ਕਿਸੇ ਨੂੰ ਵੀ ਇਸ ਚੀਜ਼ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਕਿ ਕੋਈ ਹੋਰ ਅੱਗੇ ਆਵੇਗਾ ਤੇ ਫਿਰ ਇਹ ਕੰਮ ਹੋਵੇਗਾ। ਮੈਂ ਇਕੱਲਾ ਕੀ ਕਰ ਸਕਦਾ ਹਾਂ? ਇਹ ਸੋਚ ਬਿਲਕੁਲ ਗਲਤ ਹੈ। ਇੱਕ ਮਨੁੱਖ ਦੀ ਕਾਰਜਸ਼ੈਲੀ ਨੂੰ ਰੌਸ਼ਨ ਕਰਨ ਲਈ ਇੱਕ ਇਕੱਲਾ ਵਿਅਕਤੀ ਹੀ ਕਾਫੀ ਹੈ। ਮਨੁੱਖ ਆਮ ਤੌਰ 'ਤੇ ਸ਼ੁਰੂਆਤ ਕਰਨ ਤੋਂ ਝਿਜਕਦੇ ਹਨ ਜਦੋਂ ਉਹ ਇਹ ਸਮਝਦੇ ਹਨ ਕਿ ਕੰਮ ਕਰਕੇ ਵੀ ਮਕਸਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਅਸੀਂ ਕੰਮ ਕਰਨ ਤੋਂ ਪਹਿਲਾਂ ਹੀ ਸੋਚ ਲਈਏ ਕਿ ਸਾਡੇ ਇਕੱਲਿਆਂ ਦੇ ਕਰਨ ਦੇ ਨਾਲ ਕੀ ਇਹ ਮਕਸਦ ਪ੍ਰਾਪਤ ਹੋ ਜਾਵੇਗਾ ਤਾਂ ਇਹ ਗੱਲ ਸਾਨੂੰ ਕਦੇ ਵੀ ਨਹੀਂ ਸੋਚਣੀ ਚਾਹੀਦੀ। ਅਸਲ ਵਿੱਚ ਮਨ ਦਾ ਇਹੀ ਦ੍ਰਿਸ਼ਟੀਕੋਣ ਹੈ ਜੋ ਉੱਨਤੀ ਦੇ ਰਾਹ ਵਿੱਚ ਰੁਕਾਵਟ ਬਣਦਾ ਹੈ। ਸੋ ਹਰ ਮਨੁੱਖ ਜੇਕਰ ਉਹ ਚਾਹੁੰਦਾ ਹੋਵੇ ਤਾਂ ਆਪਣਾ ਰਸਤਾ ਆਪ ਅਖਤਿਆਰ ਕਰ ਸਕਦਾ ਹੈ। ਸੋ ਇਹ ਮਹਾਤਮਾ ਗਾਂਧੀ ਜੀ ਦੇ ਵਿਊਜ਼ ਸਨ। ਸਾਨੂੰ ਇਹਨਾਂ ਵਿਊਜ਼ ਦੇ ਉੱਤੇ ਹੀ ਆਪਣੇ ਆਪ ਨੂੰ ਕਾਇਮ ਰੱਖਣਾ ਚਾਹੀਦਾ ਹੈ। ਕੰਮ ਦੀ ਸ਼ੁਰੂਆਤ ਕਰਨ ਲਈ ਸਭ ਤੋਂ ਵਧੀਆ ਸਥਾਨ ਪਹਿਲਾਂ ਆਪਣਾ ਘਰ ਹੈ। ਜੇ ਅਸੀਂ ਆਪਣੇ ਘਰ ਨੂੰ ਸਾਫ਼ ਰੱਖਾਂਗੇ, ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਾਂਗੇ ਤਾਂ ਅਸੀਂ ਜਿਹੜਾ ਹੈ ਵਾਤਾਵਰਨ ਨੂੰ ਸਾਫ਼ ਰੱਖਣ ਦੇ ਵਿੱਚ, ਪ੍ਰਦੂਸ਼ਣ ਨੂੰ ਘੱਟ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਯੋਗਦਾਨ ਪਾ ਸਕਦੇ ਹਾਂ। ਹੁਣ ਅਸੀਂ ਡਿਸਕਸ ਕਰਦੇ ਹਾਂ ਕਿ ਅਸੀਂ ਪਰਸਨਲੀ ਕੀ ਕਰ ਸਕਦੇ ਹਾਂ। ਦੇਖੋ, ਅਖਬਾਰ ਦੇ ਐਡੀਟਰ ਨੂੰ ਆਪਣੇ ਵਾਤਾਵਰਨ ਸੰਬੰਧੀ ਮਸਲਿਆਂ ਬਾਰੇ ਚਿੱਠੀ ਲਿਖ ਸਕਦੇ ਹਾਂ। ਜੇ ਤੁਹਾਡੇ ਘਰ ਦੇ ਆਸ-ਪਾਸ ਕਚਰਾ ਫੈਲਿਆ ਹੋਇਆ ਹੈ, ਠੀਕ ਹੈ, ਕੋਈ ਜਿਹੜਾ ਹੈ ਸਫਾਈ ਕਰਮਚਾਰੀ ਕਾਫੀ ਦਿਨਾਂ ਤੋਂ ਨਹੀਂ ਆ ਰਿਹਾ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਤਾਂ ਤੁਸੀਂ ਇਸ ਨੂੰ ਅਖਬਾਰਾਂ ਦੇ ਰਾਹੀਂ ਜਿਹੜਾ ਹੈ ਆਪਣੀ ਸਮੱਸਿਆ ਦਾ ਸਮਾਧਾਨ ਲੱਭ ਸਕਦੇ ਹੋ। ਸਥਾਨਕ ਵਾਤਾਵਰਣੀ ਮਸਲਿਆਂ ਬਾਰੇ ਆਪਣੇ ਨੇੜੇ ਦੇ ਰੇਡੀਓ ਜਾਂ ਟੈਲੀਵਿਜ਼ਨ ਸੈਂਟਰ ਦੇ ਧਿਆਨ ਵਿੱਚ ਲਿਆ ਸਕਦੇ ਹੋ। ਤੁਹਾਡੇ ਖੇਤਰ ਦੇ ਨਾਗਰਿਕਾਂ ਦੁਆਰਾ ਚਲਾਈ ਰਹੀ ਕਿਸੇ ਕਾਰਜ ਮੁਹਿੰਮ ਦੇ ਵਿੱਚ ਤੁਸੀਂ ਹਿੱਸਾ ਬਣ ਸਕਦੇ ਹੋ। ਬਹੁਤ ਸਾਰੇ ਲੋਕੀ ਜਿਹੜੇ ਨੇ ਆਪਣਾ ਕਲੱਬ ਬਣਾਉਂਦੇ ਨੇ ਵਾਤਾਵਰਨ ਨੂੰ ਸਵੱਛ ਰੱਖਣ ਵਾਸਤੇ, ਤਾਂ ਤੁਸੀਂ ਉਸ ਕਲੱਬ ਦੇ ਮੈਂਬਰ ਬਣ ਸਕਦੇ ਹੋ। ਠੀਕ ਹੈ, ਜਿਸ ਤਰ੍ਹਾਂ ਈਕੋ ਕਲੱਬ ਦੀ ਸ਼ੁਰੂਆਤ ਕਰਦੇ ਨੇ, ਤੁਸੀਂ ਈਕੋ ਕਲੱਬ ਦੇ ਮੈਂਬਰ ਬਣ ਸਕਦੇ ਹੋ। ਸਥਾਨਕ ਪੱਧਰ 'ਤੇ ਮਿਊਨਸਿਪਲ ਕਮਿਸ਼ਨਰ, ਪੰਚਾਇਤ ਦੇ ਮੈਂਬਰ ਅਤੇ MLA ਆਦਿ ਜਿਹੜੇ ਨੇ ਉਹਨਾਂ ਦੇ ਨਾਲ ਤੁਸੀਂ
ਜਿਹੜੇ ਹੈ ਮਸਲਿਆਂ ਦੇ ਵਿੱਚ ਭਾਗੀਦਾਰੀ ਬਣ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਸੀਂ ਵਾਤਾਵਰਨ ਨੂੰ ਸਵੱਛ ਰੱਖਣਾ ਹੈ। ਇਸ ਤੋਂ ਇਲਾਵਾ ਤੁਸੀਂ ਕੀ ਕਰ ਸਕਦੇ ਹੋ, ਅਜਿਹਾ ਲਿਟਰੇਚਰ ਜਿਸ ਵਿੱਚ ਭਾਰਤੀ ਭਾਸ਼ਾਵਾਂ, ਆਰਥਿਕ ਸ਼ਾਸਤਰ, ਪ੍ਰਸਥਿਤਿਕ ਵਿਗਿਆਨ, ਪੇਂਡੂ ਪ੍ਰਬੰਧਨ, ਸਮਾਜਿਕ ਕੰਮਕਾਜ, ਵਿਅਕਤੀਗਤ ਸਿਹਤ, ਕੁਦਰਤੀ ਸਰੋਤਾਂ ਦੀ ਨੀਤੀਆਂ ਜਿਵੇਂ ਹਾਈਡਰੋਲੋਜੀ, ਐਂਥਰੋਪੋਲੋਜੀ ਆਦਿ ਜਿਹੜੇ ਲਿਟਰੇਚਰ ਨੇ ਤੁਸੀਂ ਉਹਨਾਂ ਨੂੰ ਵੀ ਪੜ੍ਹ ਸਕਦੇ ਹੋ। ਇਹਨਾਂ ਤੋਂ ਤੁਹਾਨੂੰ ਵਾਤਾਵਰਨ ਨੂੰ ਕਿਵੇਂ ਪ੍ਰਦੂਸ਼ਣ ਘਟ ਸਕਦਾ ਹੈ ਉਹਦੇ ਬਾਰੇ ਬਹੁਤ ਸਾਰੀ ਜਾਣਕਾਰੀ ਮਿਲ ਸਕਦੀ ਹੈ। ਠੀਕ ਹੈ, ਜੇ ਜ਼ਰੂਰੀ ਹੋਵੇ ਤਾਂ ਤੁਸੀਂ ਅਦਾਲਤ ਦੇ ਵਿੱਚ ਮੁਕੱਦਮਾ ਵੀ ਦਰਜ ਕਰਾ ਸਕਦੇ ਹੋ, ਜਿਸ ਨੂੰ ਅਸੀਂ ਜਨ ਹਿੱਤ ਪਟੀਸ਼ਨ ਕਹਿੰਦੇ ਹਾਂ, ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣ ਵਾਸਤੇ, ਆਪਣੇ ਆਲੇ ਦੁਆਲੇ ਨੂੰ ਬਚਾਉਣ ਵਾਸਤੇ ਅਦਾਲਤ ਦਾ ਦਰਵਾਜ਼ਾ ਵੀ ਖਟਖਟਾ ਸਕਦੇ ਹਾਂ। ਵਿਅਕਤੀਗਤ ਯੋਗਦਾਨ ਦੇ ਵਿੱਚ ਅਸੀਂ ਹੋਰ ਕੀ ਕਰ ਸਕਦੇ ਹਾਂ? ਦੇਖੋ, ਅੱਜ ਕੱਲ੍ਹ ਪੋਲੀਥੀਨ ਬੈਨ ਹੈ, ਕਿੰਨੀਆਂ ਮੁਹਿੰਮ ਚੱਲ ਰਹੀਆਂ ਨੇ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਅਸੀਂ ਪੋਲੀਥੀਨ ਦੇ ਲਿਫਾਫਿਆਂ ਦੇ ਉੱਤੇ ਬਹੁਤ ਹੀ ਜ਼ਿਆਦਾ ਡਿਪੈਂਡੈਂਟ ਹੋ ਚੁੱਕੇ ਹਾਂ। ਸੋ ਅਗਰ ਅਸੀਂ ਸੋਚ ਲਈਏ ਕਿ ਅਸੀਂ ਪੋਲੀਥੀਨ ਦਾ ਲਿਫਾਫੇ ਨਹੀਂ ਯੂਜ਼ ਕਰਨੇ, ਤਾਂ ਇਹ ਸਾਡਾ ਇੱਕ ਵਿਅਕਤੀਗਤ ਯੋਗਦਾਨ ਹੋਵੇਗਾ। ਇਸ ਤੋਂ ਇਲਾਵਾ ਅਗਰ ਅਸੀਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੀਏ, ਕਿਤੇ ਅਸੀਂ ਨੇੜੇ ਜਾਣਾ ਹੈ ਤਾਂ ਅਸੀਂ ਕਾਰ ਸਕੂਟਰ ਨਾ ਚੱਕੀਏ, ਪੈਦਲ ਜਾਈਏ, ਜਾਂ ਅਸੀਂ ਕਿਤੇ ਦੂਰ ਜਾਣਾ ਹੈ ਤਾਂ ਅਸੀਂ ਪਬਲਿਕ ਟਰਾਂਸਪੋਰਟ ਜਿਵੇਂ ਬੱਸ ਹੈ ਉਹਦੀ ਵਰਤੋਂ ਕਰ ਸਕਦੇ ਹਾਂ। ਵੱਡੇ ਸ਼ਹਿਰਾਂ ਦੇ ਵਿੱਚ ਮੈਟਰੋਜ਼ ਚਲਦੀਆਂ ਨੇ, ਉਹਦੇ ਨਾਲ ਕੀ ਹੈ, ਅਸੀਂ ਆਪਣਾ ਜਿਹੜਾ ਹੈ ਬਾਲਣ ਨੂੰ ਵੀ ਬਚਾ ਸਕਦੇ ਹਾਂ। 3R ਦਾ ਸਿਧਾਂਤ, ਠੀਕ ਹੈ, ਰੀਸਾਈਕਲ, ਰੀਯੂਜ਼ ਐਂਡ ਰਿਡਿਊਸ, ਇਸ ਦੀ ਵਰਤੋਂ ਵੀ ਕਰ ਸਕਦੇ ਹਾਂ। ਵਿਅਰਥ ਪਦਾਰਥਾਂ ਦੀ ਜਿਹੜੀ ਹੈ ਘੱਟ ਤੋਂ ਘੱਟ ਜਿਹੜੀ ਹੈ ਉਤਪਤੀ ਹੋਣੀ ਚਾਹੀਦੀ ਹੈ। ਵਰਖਾ ਦੇ ਪਾਣੀ ਨੂੰ ਅਸੀਂ ਸੰਭਾਲ ਸਕਦੇ ਹਾਂ। ਰੇਨ ਵਾਟਰ ਹਾਰਵੈਸਟਿੰਗ ਦਾ ਸਿਸਟਮ ਹੈ ਜਿਹੜਾ ਅਸੀਂ ਅਪਣਾ ਸਕਦੇ ਹਾਂ। ਸੂਰਜੀ ਸੈੱਲਾਂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪਾਪੂਲੇਸ਼ਨ ਸਾਡੀ ਬਹੁਤ ਵੱਧ ਰਹੀ ਹੈ ਤਾਂ ਛੋਟੀ ਫੈਮਿਲੀ ਹੈ ਜਿਹੜੀ, ਉਸ ਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਹੈ। ਠੀਕ ਹੈ, ਹਮ ਦੋ ਹਮਾਰੇ ਦੋ, ਤੁਸੀਂ ਇਹ ਸਲੋਗਨ ਜ਼ਰੂਰ ਸੁਣਿਆ ਹੋਏਗਾ। 1950 ਤੋਂ ਭਾਰਤ ਦੇ ਵਿੱਚ ਜਿਹੜਾ ਹੈ ਇਹ ਸਲੋਗਨ ਸ਼ੁਰੂ ਹੋਇਆ ਸੀ। ਠੀਕ ਹੈ, ਕਿ ਫੈਮਿਲੀ ਹੈ ਜਿਹੜੀ ਉਹ ਛੋਟੀ ਹੋਣੀ ਚਾਹੀਦੀ ਹੈ। ਸੋ ਇਹ ਸਾਡੇ ਵਿਅਕਤੀਗਤ ਯੋਗਦਾਨ ਨੇ ਜਿਹੜੇ ਕਿ ਟਿਕਾਊ ਵਿਕਾਸ ਦੇ ਵਾਸਤੇ ਬਹੁਤ ਹੀ ਇੰਪੋਰਟੈਂਟ ਨੇ। ਹੁਣ ਤੁਸੀਂ ਦੇਖੋ, ਅਗਰ ਅਸੀਂ ਪੋਲੀਥੀਨ ਦੀ ਵਰਤੋਂ ਕਰਦੇ ਹਾਂ, ਪੋਲੀਥੀਨ ਇਸ ਤਰ੍ਹਾਂ ਦੇ ਨਾਲ ਕੂੜੇਦਾਨਾਂ ਦੇ ਵਿੱਚ ਪਏ ਹੁੰਦੇ ਨੇ, ਪਸ਼ੂ ਖਾਂਦੇ ਨੇ ਉਸਨੂੰ, ਗਾਵਾਂ ਖਾਂਦੀਆਂ ਨੇ, ਔਰ ਪੂਰੇ ਸਾਲ ਦੇ ਵਿੱਚ ਹਜ਼ਾਰਾਂ ਗਾਵਾਂ ਦੀ ਮੌਤ ਹੋ ਜਾਂਦੀ ਹੈ, ਕਿਉਂਕਿ ਉਹ ਜਦੋਂ ਇਹ ਕੂੜੇਦਾਨਾਂ ਦੇ ਵਿੱਚ ਜਾਂਦੀਆਂ ਨੇ ਤਾਂ ਉਹ ਨਾਲ ਪੋਲੀਥੀਨ ਨੂੰ ਵੀ ਨਿਗਲ ਜਾਂਦੀਆਂ ਨੇ। ਠੀਕ ਹੈ, ਸੋ ਇਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਵਿਅਕਤੀਗਤ ਯੋਗਦਾਨ ਦੇ ਵਿੱਚ ਜਿਹੜਾ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ? ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਨੇ। ਜਿੰਨੇ ਜ਼ਿਆਦਾ ਅਸੀਂ ਦਰਖਤ ਲਗਾਵਾਂਗੇ ਉਨਾ ਸਾਡਾ ਵਾਤਾਵਰਨ ਘੱਟ ਪ੍ਰਦੂਸ਼ਿਤ ਹੋਏਗਾ। ਕਿਸਾਨ ਨੇ ਜਿਹੜੇ, ਉਹਨਾਂ ਨੂੰ ਚਾਹੀਦਾ ਕਿ ਆਪਣੀ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ ਉਹਨਾਂ ਨੂੰ। ਠੀਕ ਹੈ, ਪਲਾਸਟਿਕ ਦੀ ਵਰਤੋਂ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਅੱਜ ਸਾਡੇ ਸਮੁੰਦਰ ਨੇ ਜਿਹੜੇ ਪਲਾਸਟਿਕ ਦੇ ਸਮੁੰਦਰ ਬਣਦੇ ਜਾ ਰਹੇ ਨੇ। ਸੋ ਸੇ ਨੋ ਟੂ ਪਲਾਸਟਿਕ। ਠੀਕ ਹੈ, ਗਿੱਲਾ ਕੂੜਾ ਐਂਡ ਸੁੱਕਾ ਕੂੜਾ ਅਲੱਗ-ਅਲੱਗ ਸਾਨੂੰ ਘਰ ਦੇ ਵਿੱਚ ਜਿਹੜਾ ਹੈ ਅਲੱਗ-ਅਲੱਗ ਡਸਟਬਿਨ ਦੇ ਵਿੱਚ ਪਾਉਣਾ ਚਾਹੀਦਾ ਹੈ। ਔਰ ਸਭ ਤੋਂ ਇੰਪੋਰਟੈਂਟ, ਐਜੂਕੇਸ਼ਨ, ਦੈਟ ਇਜ਼ ਮਸਟ। ਠੀਕ ਹੈ, ਜਿਹੜੀ ਮੁੱਢਲੀ ਸਿੱਖਿਆ ਹੈ ਉਹ ਜ਼ਰੂਰ ਹਰ ਇੱਕ ਬੱਚੇ ਦਾ ਅਧਿਕਾਰ ਹੈ ਲੈਣਾ। ਔਰ ਫਿਰ ਜਿਵੇਂ ਅਸੀਂ ਪਹਿਲਾਂ ਹੀ ਕਿਹਾ ਕਿ ਅਸੀਂ ਅਗਰ ਜ਼ਰੂਰਤ ਪਏ ਤਾਂ ਬਿਨਾਂ ਵਜ੍ਹਾ ਤੋਂ ਨਹੀਂ, ਅਗਰ ਸਾਨੂੰ ਲੱਗਦਾ ਹੈ ਕਿ ਸਾਡੇ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ ਹੈ ਤਾਂ ਸਾਨੂੰ ਅਦਾਲਤ ਦਾ, ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਸਮਾਜ ਦੀ ਭਾਗੀਦਾਰੀ ਕੀ ਹੈ। ਪੁਰਾਣੇ ਸਮੇਂ ਦੇ ਵਿੱਚ ਵੀ ਸਮਾਜ ਨੇ ਬਹੁਤ ਹੀ ਇੰਪੋਰਟੈਂਟ ਜਿਹੜੀ ਕੰਟਰੀਬਿਊਸ਼ਨ ਸੀ ਕਮਿਊਨਿਟੀ ਲੈਵਲ 'ਤੇ, ਉਹਨਾਂ ਦੇ ਵਿੱਚੋਂ ਇੱਕ ਸੀਗਾ ਚਿਪਕੋ ਅੰਦੋਲਨ। ਠੀਕ ਹੈ, ਆਓ ਦੇਖਦੇ ਹਾਂ ਅਸੀਂ ਇਸ ਵੀਡੀਓ ਦੀ ਸਹਾਇਤਾ ਦੇ ਨਾਲ ਕਿ ਚਿਪਕੋ ਅੰਦੋਲਨ ਕੀ ਸੀ। चिपको आंदोलन 70 और 80 के दशक में चला आधुनिक भारत का एक ऐसा बड़ा आंदोलन था जिसने देश भर में जंगलों के काटे जाने के खिलाफ देशव्यापी मुहिम छेड़ दी थी।
साथ ही इस आंदोलन ने इको सोशलिज्म, जिन्होंने अंतर्राष्ट्रीय स्तर पर अपनी पहचान बनाई। पहाड़ी राज्यों में जीवन यापन का सबसे बड़ा साधन वहां के जंगल हैं। बावजूद इसके 70 के दशक में पहाड़ी इलाकों की जमीनें मैदानी क्षेत्रों में रहने वाले ठेकेदारों को बेची जाने लगी, पेड़ कटने लगे और इसी कारण भूस्खलन की बड़ी समस्या भी पैदा हो गई। 26 मार्च 1974 को उत्तराखंड के एक गांव रैनी में एक बच्ची ने पेड़ काटने आ रहे ठेकेदार के लोगों को देख लिया और गांव की एक महिला गौरा देवी को इसकी जानकारी दी। गौरा देवी ने गांव की 21 महिलाओं को इकट्ठा किया और जंगल पहुंच गईं। सभी औरतें और बच्चे पेड़ों से चिपक गए। ठेकेदारों और मजदूरों ने उन्हें डराने की बहुत कोशिश की, लेकिन ये महिलाएं मजबूती से अपनी जान जोखिम में डालते हुए पेड़ों से चिपकी रही। बाद में ठेकेदार पेड़ नहीं काट सके और उन्हें खाली हाथ जाना पड़ा। अलकनंदा की घाटी में शुरू हुआ ये चिपको आंदोलन जल्द ही दूसरे पहाड़ी इलाकों में भी फैल गया। चिपको आंदोलन की प्रणेता गौरा देवी थी, जो चिपको वुमेन के नाम से मशहूर हैं। उनके अलावा सुंदरलाल बहुगुणा इस आंदोलन का बड़ा नाम बनकर उभरे। उन्होंने टिहरी में इस आंदोलन की शुरुआत की। 1981 से लेकर 1983 तक उन्होंने 5000 किलोमीटर की पैदल यात्रा की और हिमालय के गांवों में लोगों को जागरूक किया। सुंदरलाल बहुगुणा को साल 2009 में पद्म विभूषण से सम्मानित किया गया। चिपको आंदोलन की आज 45वीं सालगिरह है, जिसे गूगल भी अपने खास डूडल के जरिए मना रहा है। चिपको, जैसा कि इसके नाम से ही स्पष्ट है, पेड़ों से चिपककर रहने वाला आंदोलन था। गांधी जी के सत्याग्रह और अहिंसा के सिद्धांत पर चलता यह आंदोलन प्राण जाए पर पेड़ न जाए की भावना को मानता था। आज के दौर में जब पेड़ों को बचाने और पर्यावरण के प्रति लगातार लोगों में जागरूकता फैलाई जा रही है, ऐसे में चिपको जैसे आंदोलन को याद रखना वर्तमान पीढ़ी के लिए बहुत जरूरी है। न्यूज नाइट डेस्क, डीडी न्यूज। ਸੋ ਬੱਚੇ, ਤੁਸੀਂ ਦੇਖਿਆ ਚਿਪਕੋ ਅੰਦੋਲਨ ਦਾ ਸਲੋਗਨ ਸੀ ਜਾਨ ਜਾਏ ਪਰ ਪੇੜ ਨਾ ਜਾਏ। ਸੋ ਉਸ ਟਾਈਮ ਵੀ ਸਮਾਜ ਦੇ ਲੋਕੀ ਸੀ ਜਿਹੜੇ, ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਅਵੇਅਰਨੈਸ ਸੀ ਕਿ ਉਹ ਆਪਣੇ ਇਲਾਕੇ ਦੇ ਵਿੱਚ ਦਰਖਤਾਂ ਨੂੰ ਕੱਟਣ ਦੀ ਬਜਾਏ ਆਪਣੀ ਜਾਨ ਦੇਣ ਨੂੰ ਜ਼ਿਆਦਾ ਉਤਸਕ ਸੀ ਕਿ ਤੁਸੀਂ ਸਾਨੂੰ ਕੱਟ ਦਿਓ ਪਰ ਅਸੀਂ ਪੇੜਾਂ ਨੂੰ ਨਹੀਂ ਕੱਟਣ ਦੇਣਾ। ਪੇੜਾਂ ਦੇ ਨਾਲ ਚਿਪਕ ਗਏ, ਇਸ ਕਰਕੇ ਇਸ ਅੰਦੋਲਨ ਦਾ ਨਾਮ ਪਿਆ ਚਿਪਕੋ ਅੰਦੋਲਨ। ਸੋ ਇੱਕ ਸਮਾਜ ਦੀ ਭਾਗੀਦਾਰੀ ਦੀ ਬਹੁਤ ਹੀ ਇੰਪੋਰਟੈਂਟ ਐਗਜ਼ਾਮਪਲ ਹੈ। ਇਸ ਤੋਂ ਇਲਾਵਾ ਅਗਰ ਅਸੀਂ ਸਮਾਜ ਦੀ ਰੋਲ ਆਫ ਕਮਿਊਨਿਟੀਜ਼ ਹੋਰ ਦੇਖੀਏ ਤਾਂ ਐਪੀਕੋ ਅੰਦੋਲਨ ਵੀ ਚਿਪਕੋ ਅੰਦੋਲਨ ਦੀ ਤਰ੍ਹਾਂ ਹੀ ਹੈ। ਐਪੀਕੋ ਦਾ ਮਤਲਬ ਵੀ ਹੁੰਦਾ ਹੈ ਗਲੇ ਲੱਗਣਾ, ਔਰ ਇਹਦੇ ਵਿੱਚ ਸਿਰਫ ਜਿਹੜਾ ਹੈ ਲੋਕੇਸ਼ਨ ਦਾ ਫਰਕ ਸੀ। ਇਹ ਉੱਤਰ ਕਾਨਡਾ ਦੇ ਜੰਗਲਾਂ ਦੇ ਕੱਟੇ ਜਾਣ ਦੇ ਖਿਲਾਫ ਸੀ। ਠੀਕ ਹੈ, ਲక్ష్ਮੀ ਯੁਵਕ ਮੰਡਲੀ ਦੇ ਜਵਾਨ ਆਦਮੀ ਅਤੇ ਔਰਤਾਂ ਨੇ ਕਿਹਾ ਕਿ ਕੱਟੇ ਜਾਣ ਵਾਲੇ ਦਰਖਤਾਂ ਦੀ ਗਿਣਤੀ ਅਨੁਮਾਨ ਤੋਂ ਵੱਧ ਹੈ ਅਤੇ ਉਹਨਾਂ ਦਰਖਤਾਂ ਨੂੰ ਜੜ੍ਹਾਂ ਤੋਂ ਖਿੱਚਣ ਵੇਲੇ ਭੂਮੀ ਅਤੇ ਦਰਖਤਾਂ ਦਾ ਨੁਕਸਾਨ ਹੋਏਗਾ। ਅਸੀਂ ਇਸ ਲਈ ਇਹਨਾਂ ਦਰਖਤਾਂ ਨੂੰ ਨਹੀਂ ਕੱਟਣ ਦਿਆਂਗੇ। ਸੋ ਇਸ ਦਾ ਨਾਮ ਰੱਖਿਆ ਗਿਆ ਐਪੀਕੋ ਅੰਦੋਲਨ, ਜਿਹੜਾ ਕਿ 1983 ਦੇ ਵਿੱਚ ਸ਼ੁਰੂ ਹੋਇਆ ਉੱਤਰ ਕਾਨਡਾ ਦੇ ਏਰੀਏ ਦੇ ਵਿੱਚ। ਅੰਨਾ ਹਜ਼ਾਰੇ ਬਹੁਤ ਹੀ ਮਹਾਨ ਸ਼ਖਸੀਅਤ ਨੇ। ਤੁਸੀਂ ਜ਼ਰੂਰ ਟੀਵੀ ਦੇ ਵਿੱਚ, ਅਖਬਾਰਾਂ ਦੇ ਵਿੱਚ ਇਹਨਾਂ ਦਾ ਨਾਮ ਪੜ੍ਹਿਆ ਹੋਵੇਗਾ। ਅੰਨਾ ਦਾ ਮਤਲਬ ਹੁੰਦਾ ਵੱਡਾ ਭਰਾ। ਠੀਕ ਹੈ, ਸੋ ਇਹਨਾਂ ਦਾ ਐਕਚੁਅਲ ਦੇ ਨਾਮ ਹੈ ਕਿਸ਼ਨ ਬਾਬੂ ਰਾਏ ਹਜ਼ਾਰੇ, ਜੋ ਕਿ ਅੰਨਾ ਵੱਡੇ ਭਰਾ ਵਜੋਂ ਬਿਹਤਰ ਜਾਣੇ ਜਾਂਦੇ ਹਨ। ਰੈਲੀਗਨ ਪਿੰਡ ਹੈ ਇਹਨਾਂ ਦਾ, ਜੋ ਕਿ ਬਹੁਤ ਹੀ ਪਛੜਿਆ ਹੋਇਆ ਪਿੰਡ ਸੀ, ਲੇਕਿਨ ਇਹਨਾਂ ਨੇ ਉੱਥੇ ਜਿਹੜਾ ਹੈ ਵਾਟਰ ਹਾਰਵੈਸਟਿੰਗ ਦਾ ਸਿਸਟਮ ਸ਼ੁਰੂ ਕੀਤਾ, ਰੇਨ ਵਾਟਰ ਹਾਰਵੈਸਟਿੰਗ ਸ਼ੁਰੂ ਕੀਤੀ ਔਰ ਆਪਣੇ ਪਿੰਡ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ। ਅੱਜ ਰੈਲੀਗਨ ਪਿੰਡ ਇੱਕ ਮਾਡਲ ਵਿਲੇਜ ਦੇ ਵਜੋਂ ਜਾਣਿਆ ਜਾਂਦਾ ਹੈ। ਸੋ ਇੱਕ ਵਿਅਕਤੀ ਨੇ ਮੁਹਿੰਮ ਸਟਾਰਟ ਕੀਤੀ ਔਰ ਉਹਨਾਂ ਦੇ ਪਿੱਛੇ ਹਜ਼ਾਰਾਂ ਲੋਕੀ ਨੇ ਜਿਹੜੇ ਉਸ ਪਿੰਡ ਦੇ ਨਾਲ ਜੁੜ ਗਏ। ਅਗਰ ਅਸੀਂ ਆਪਣੇ ਇਲਾਕੇ ਦੀ ਗੱਲ ਕਰੀਏ, ਪੰਜਾਬ ਹਰਿਆਣਾ ਦੇ ਨੇੜੇ ਇੱਕ ਪਿੰਡ ਹੈ ਸੁੱਖੋ ਮਾਜਰੀ। ਉੱਥੋਂ ਦੀ ਜਿਹੜੀ ਲੈਂਡ ਸੀ ਬਿਲਕੁਲ ਬੰਜਰ ਭੂਮੀ ਸੀ,
ਕੁਛ ਉੱਥੇ ਗਰੋ ਨਹੀਂ ਕਰਦਾ ਸੀ। ਹਰਿਆਣਾ ਦੇ ਸ਼ਿਵਾਲਿਕ ਪਹਾੜੀਆਂ ਦੇ ਕੋਲ ਹੈਗਾ ਹੈ ਪਿੰਡ ਇਹ, ਲੇਕਿਨ ਉੱਥੋਂ ਦੇ ਲੋਕਾਂ ਨੇ ਉੱਦਮ ਦਿਖਾਇਆ, ਉਹਨਾਂ ਨੇ ਮਿਹਨਤ ਉਹਨਾਂ ਦੀ ਰੰਗ ਲਿਆਈ, ਉਹਨਾਂ ਨੇ ਵੀ ਜਿਹੜਾ ਹੈ ਵਰਖਾ ਦੇ ਪਾਣੀ ਨੂੰ ਸੰਭਾਲਣਾ ਸ਼ੁਰੂ ਕੀਤਾ, ਔਰ ਅੱਜ ਇਹ ਸੁੱਖੋ ਮਾਜਰਾ ਪਿੰਡ ਵੀ ਜਿਹੜਾ ਹੈ ਮਾਡਲ ਵਿਲੇਜ ਦੇ ਨਾਮ ਤੇ ਜਾਣਿਆ ਜਾਂਦਾ ਹੈ। ਹਰ ਤਰ੍ਹਾਂ ਦੇ ਇੱਥੇ ਫਰੂਟ ਉਗਦੇ ਨੇ, ਬਹੁਤ ਕ੍ਰੌਪ ਦੀ ਈਲਡ ਬਹੁਤ ਜ਼ਿਆਦਾ ਹੈ। ਕਿਸ ਕਰਕੇ ਹੋਈ? ਕਿਉਂਕਿ ਲੋਕਾਂ ਨੇ ਆਪਣੀ ਭਾਗੀਦਾਰੀ ਦਿਖਾਈ ਔਰ ਲੋਕਾਂ ਨੇ ਕੁਦਰਤੀ ਸਰੋਤਾਂ ਦੀ ਮਹੱਤਤਾ ਨੂੰ ਸਮਝਿਆ। ਇੱਕ ਹੋਰ ਐਗਜ਼ਾਮਪਲ ਅਸੀਂ ਦਿੰਦੇ ਹਾਂ ਸਮਾਜ ਦੀ ਭੂਮਿਕਾ ਦੀ, ਉੱਤਰਕਾਸ਼ੀ ਦੀ ਸੰਘਰਸ਼ ਵਾਹਿਨੀ। 1974 ਦੀ ਗੱਲ ਹੈ। ਟੀਰੀ ਗੜਵਾਲ ਵਿੱਚ ਚੀੜ ਦੇ ਦਰਖਤਾਂ ਦੀ ਅਧਿਕ ਕਟਾਈ ਜਿਹੜੀ ਹੋ ਰਹੀ ਸੀ, ਤਾਂ ਉਸ ਦੇ ਅਗੇਂਸਟ ਇਹ ਮੁਹਿੰਮ ਚਲਾਈ ਗਈ। ਠੀਕ ਹੈ, ਇੱਕ ਸਰਵੋਦਿਆ ਨੇਤਾ ਨੇ ਵਰਤ ਰੱਖਿਆ ਅਤੇ ਔਰਤਾਂ ਨੇ ਕੱਟੇ ਹੋਏ ਦਰਖਤਾਂ ਨੂੰ ਰੱਖੜੀ ਬੰਨੀ। ਸੋ ਇਸ ਨੂੰ ਕਹਿੰਦੇ ਨੇ ਉੱਤਰਕਾਸ਼ੀ ਦੀ ਸੰਘਰਸ਼ ਵਾਹਿਨੀ ਮੁਹਿੰਮ। ਡੈਮ ਉਸਾਰੀ, ਦੇਖੋ ਡੈਮ ਜਿੱਥੇ ਵੀ ਉਸਾਰੇ ਜਾਂਦੇ ਨੇ ਉੱਥੇ ਦੇ ਆਸ-ਪਾਸ ਦੇ ਖੇਤਾਂ ਨੂੰ ਨੁਕਸਾਨ ਪਹੁੰਚਦਾ ਹੈ, ਉੱਥੋਂ ਦੇ ਪਾਣੀ ਦੇ ਵਿੱਚ ਰਹਿਣ ਵਾਲੇ ਐਕੁਆਟਿਕ ਜਿਹੜੇ ਐਨੀਮਲਸ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ, ਲੇਕਿਨ ਡੈਮ ਦੇ ਨਾਲ ਸਾਨੂੰ ਬਿਜਲੀ ਵੀ ਮਿਲਦੀ ਹੈ। ਠੀਕ ਹੈ, ਲੇਕਿਨ ਇਸ ਤਰੀਕੇ ਦੇ ਨਾਲ ਸਾਨੂੰ ਇਹਨਾਂ ਦੀ ਉਸਾਰੀ ਕਰਨੀ ਚਾਹੀਦੀ ਹੈ ਕਿ ਆਸ-ਪਾਸ ਦੇ ਜਿਹੜੇ ਸਾਡੇ ਕੁਦਰਤੀ ਸਰੋਤ ਨੇ ਜਾਂ ਵਾਈਲਡ ਲਾਈਫ ਹੈ ਉਸ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਮੇਧਾ ਪਾਟੇਕਰ ਐਂਡ ਬਾਬਾ ਆਮਟੇ ਤੇ ਸੁੰਦਰ ਲਾਲ ਬਹੁਗੁਣਾ ਵੱਲੋਂ 1993 ਦੇ ਵਿੱਚ ਜ਼ਬਰਦਸਤ ਵਿਰੋਧ ਕੀਤਾ ਗਿਆ। ਲਗਭਗ 10,000 ਵਿਅਕਤੀ, ਜਿਨ੍ਹਾਂ ਵਿੱਚੋਂ ਬਹੁਤੇ ਕਬਾਇਲੀ ਸਨ, ਉਹ ਉਸ ਏਰੀਏ ਦੇ ਵਿੱਚ ਰਹਿੰਦੇ ਸਨ, ਜਿਨ੍ਹਾਂ ਦਾ ਘਰ-ਬਾਰ ਖਤਮ ਹੋ ਜਾਣਾ ਸੀ ਇਸ ਡੈਮ ਕਰਕੇ। ਠੀਕ ਹੈ, ਸੋ ਇਹਦਾ ਬਹੁਤ ਉਸ ਟਾਈਮ ਵਿੱਚ ਇਹਦਾ ਵਿਰੋਧ ਕੀਤਾ ਗਿਆ ਸੀ। ਇਸੇ ਤਰ੍ਹਾਂ ਕੇਰਲਾ ਦੇ ਸਾਇਲੈਂਟ ਘਾਟੀ, ਰਿਵਰ ਘਾਟੀ ਵਿੱਚ ਵੀ ਜਿਹੜਾ ਹੈ ਸ਼ਾਸਤਰ ਸਹਾਇਤਾ ਪ੍ਰੀਸ਼ਦ ਵੱਲੋਂ ਵਿਰੋਧ ਕੀਤਾ ਗਿਆ। ਸੋ ਇਹ ਸਾਰੀਆਂ ਐਗਜ਼ਾਮਪਲਸ ਨੇ ਸਮਾਜ ਦੀਆਂ ਔਰ ਇੰਡੀਵਿਜੂਅਲ ਲੋਕਾਂ ਦੀਆਂ, ਜਿਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਦੇ ਵਾਸਤੇ ਅੰਦੋਲਨ ਸ਼ੁਰੂ ਕੀਤੇ। ਇੱਥੇ ਇੱਕ ਅਸੀਂ ਇੰਡੀਵਿਜੂਅਲ ਐਗਜ਼ਾਮਪਲ ਹੋਰ ਲਾਂਗੇ। ਇੰਡੀਅਨ ਓਵਰਸੀਜ਼ ਬੈਂਕ ਦਾ ਇੱਕ ਅਫਸਰ ਸੀ ਨਿਰਮਲ, ਚੇਨਈ ਦੀ ਗੱਲ ਹੈ। ਠੀਕ ਹੈ, ਉਸ ਦੇ ਘਰ ਦੇ ਆਸ-ਪਾਸ ਬਹੁਤ ਕੂੜਾ ਇਕੱਠਾ ਰਹਿੰਦਾ ਸੀ। ਉਸਨੇ ਬਹੁਤ ਲੋਕਾਂ ਦੀਆਂ ਮਿੰਨਤਾਂ ਕੀਤੀਆਂ, ਦਫ਼ਤਰਾਂ ਦੇ ਚੱਕਰ ਕੱਟੇ ਕਿ ਮੇਰੇ ਘਰ ਦੇ ਆਸ-ਪਾਸ ਇੰਨਾ ਕੂੜਾ ਪਿਆ ਹੈ, ਬਿਮਾਰੀਆਂ ਫੈਲ ਰਹੀਆਂ, ਲੇਕਿਨ ਕਿਸੇ ਨੇ ਨਹੀਂ ਸੁਣੀ। ਪਰ ਅੰਤ ਦੇ ਵਿੱਚ ਉਸਨੇ ਜਿਹੜੀ ਮੁਹਿੰਮ ਛੇੜੀ ਵਾਤਾਵਰਨ ਸਵੱਛਤਾ ਅਭਿਆਨ ਦੀ, ਉਹ ਜਿਹੜੀ ਅੱਜ ਐਗਜ਼ਾਮਪਲ ਹੈ। ਠੀਕ ਹੈ, ਸਾਰਾ ਉਹਦੇ ਘਰ ਦੇ ਬਾਹਰੋਂ ਕੂੜਾ ਚੱਕਿਆ ਗਿਆ, ਆਸ-ਪਾਸ ਦਾ ਏਰੀਆ ਹੈ ਜਿਹੜਾ ਉਹ ਸਾਫ਼ ਤੇ ਸਵੱਛ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਾਡੀ ਨਿਆਂਪਾਲਿਕਾ ਹੈ ਜਿਹੜੀ, ਠੀਕ ਹੈ, ਸੁਪਰੀਮ ਕੋਰਟ ਹੈ, ਉਸਨੇ ਵੀ ਬਹੁਤ ਵੱਡੇ ਵੱਡੇ ਇਤਿਹਾਸਿਕ ਫੈਸਲੇ ਕੀਤੇ ਨੇ ਤਾਂ ਕਿ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਹ MC ਮਹਿਤਾ ਦਾ ਨਾਮ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਇਨਵਾਇਰਮੈਂਟਲ ਲੀਗਲ ਐਕਟਿਵਿਸਟ ਨੇ। ਤਾਜ ਮਹਿਲ ਦੇ ਕੋਲੋਂ ਸਾਰੀ ਜਿਹੜੀ ਇੰਡਸਟਰੀਜ਼ ਹਟਾਈਆਂ ਗਈਆਂ ਸੁਪਰੀਮ ਕੋਰਟ ਦੇ ਆਰਡਰ ਨਾਲ। ਗੰਗਾ ਪੋਲਿਊਸ਼ਨ ਕੇਸ ਨੂੰ ਵੀ ਸੋਲਵ ਕੀਤਾ ਗਿਆ। ਓਲੀਅਮ ਗੈਸ ਲੀਕ, ਜਿਸ ਤਰ੍ਹਾਂ ਜਿਹੜੀ ਹੋਈ ਸੀਗੀ ਭੋਪਾਲ ਦੇ ਵਿੱਚ ਗੈਸ ਟ੍ਰੈਜਡੀ ਹੋਈ ਸੀ, ਉਸੇ ਤਰ੍ਹਾਂ ਓਲੀਅਮ ਗੈਸ ਲੀਕ ਦਾ ਕੇਸ ਹੋਇਆ ਸੀ। CNG ਦੀ ਸ਼ੁਰੂਆਤ ਕੀਤੀ ਗਈ। ਚਾਈਲਡ ਲੇਬਰ ਕੇਸ ਹੈ ਜਿਹੜਾ ਉਹ ਬਣਾਏ ਗਏ ਕਿ ਚਾਈਲਡ ਲੇਬਰ ਦੇ ਅਗੇਂਸਟ ਤੁਸੀਂ ਜਿਹੜਾ ਹੈ ਕੇਸ ਕਰ ਸਕਦੇ ਹੋ। ਸੋ ਇਹ ਸਾਡੀ ਨਿਆਂਪਾਲਿਕਾ ਨੇ ਬਹੁਤ ਅੱਛੇ ਜਿਹੜੇ ਨੇ ਫੈਸਲੇ ਕੀਤੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਰਾਸ਼ਟਰੀ ਏਜੰਸੀਆਂ, ਜਿਹੜੀਆਂ ਸਾਡੀਆਂ ਨੈਸ਼ਨਲ ਆਰਗੇਨਾਈਜੇਸ਼ਨ ਨੇ, ਉਹਨਾਂ ਨੇ ਕੀ ਰੋਲ ਪਲੇ ਕੀਤਾ ਹੈ। ਭਾਰਤ ਦੇ ਵਿੱਚ ਨੈਸ਼ਨਲ ਇਨਵਾਇਰਮੈਂਟਲ ਕਾਉਂਸਿਲ NEC ਹੈ, ਇੱਕ ਮੁੱਖ ਸੰਸਥਾ ਹੈ ਜਿਹੜੀ ਟਿਕਾਊ ਵਿਕਾਸ ਦੇ ਪ੍ਰੋਗਰਾਮਾਂ ਨੂੰ ਦੇਖਦੀ ਹੈ, ਔਰ ਇਹਦੇ ਮੁਖੀ ਸਾਡੇ ਪ੍ਰਧਾਨ ਮੰਤਰੀ ਹੁੰਦੇ ਨੇ, ਜਿਹੜੇ ਕਿ ਵਾਤਾਵਰਨ ਦੇ ਮਸਲਿਆਂ ਦੀ ਨੀਤੀਆਂ ਬਣਾਉਣ ਦੇ ਉੱਤੇ ਨਿਗਾਹ ਰੱਖਦੇ ਨੇ। ਫਿਰ ਕੇਂਦਰੀ ਮੰਤਰੀ, ਰਾਜ ਦੇ ਮੁੱਖ ਮੰਤਰੀ, ਗੈਰ NGOs, ਮੰਨੇ ਪ੍ਰਮੰਨੇ ਵਿਗਿਆਨੀ ਤੇ ਹੋਰ ਵਿਦਵਾਨ ਵੀ ਸ਼ਾਮਲ ਹੁੰਦੇ ਨੇ। ਇਹ ਸਾਰੇ ਟਿਕਾਊ ਵਿਕਾਸ ਦੀਆਂ ਨੀਤੀਆਂ ਦੇ ਉੱਤੇ ਫੈਸਲਾ ਲੈਂਦੇ ਨੇ। ਵਾਤਾਵਰਨ ਅਤੇ ਜੰਗਲਾਤ ਮਹਿਕਮਾ ਸਾਡਾ ਮਿਨਿਸਟਰੀ ਆਫ ਇਨਵਾਇਰਮੈਂਟ ਐਂਡ ਫੋਰੈਸਟਰੀ, ਠੀਕ ਹੈ, ਇਹ ਵੀ ਬਹੁਤ ਧਿਆਨ ਰੱਖਦੀ ਹੈ ਕਿ ਵਾਤਾਵਰਨ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਠੀਕ ਹੈ, ਸੋ ਤਰੱਕੀ, ਤਾਲਮੇਲ, ਵਾਤਾਵਰਨ ਤੇ ਜੰਗਲਾਤ ਸੰਬੰਧੀ ਜਿੰਨੇ ਵੀ ਫੈਸਲੇ ਲੈਣੇ ਹੁੰਦੇ ਨੇ ਉਹ ਮਿਨਿਸਟਰੀ ਆਫ ਇਨਵਾਇਰਮੈਂਟ ਐਂਡ ਫੋਰੈਸਟ ਲਾਗੂ ਕਰਦੀ ਹੈ।
UNP ਫੁੱਲ ਫਾਰਮ ਆਉਣੀ ਚਾਹੀਦੀ ਹੈ ਤੁਹਾਨੂੰ, ਯੂਨਾਈਟਿਡ ਨੇਸ਼ਨਸ ਇਨਵਾਇਰਮੈਂਟਲ ਪ੍ਰੋਗਰਾਮ ਲਾਗੂ ਕੀਤੇ ਜਾਂਦੇ ਨੇ ਮਿਨਿਸਟਰੀ ਆਫ ਇਨਵਾਇਰਮੈਂਟ ਵੱਲੋਂ। ਕਲੀਅਰ ਬੇਟੇ? ਸੋ ਇਹ ਜਿਹੜਾ ਹੈ ਨੈਸ਼ਨਲ ਇਨਵਾਇਰਮੈਂਟਲ ਇਨਫੋਰਮੇਸ਼ਨ ਸਿਸਟਮ, ਇਹਦੀ ਫੁੱਲ ਫਾਰਮ ਹੈ ਜਿਹੜੀ ਤੁਹਾਨੂੰ ਆਉਣੀ ਚਾਹੀਦੀ ਹੈ। ਅੱਗੇ ਜਾ ਕੇ ਆਪਾਂ ਦੇਖਦੇ ਹਾਂ ਇਸ ਨੂੰ। ਨੈਕਸਟ ਹੈ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ, CPCB ਫੁੱਲ ਫਾਰਮ ਪੁੱਛ ਲਈ ਜਾਂਦੀ ਹੈ ਕਈ ਵਾਰੀ। 1974 ਦੇ ਵਿੱਚ ਪਾਣੀ ਪ੍ਰੀਵੈਂਸ਼ਨ ਕੰਟਰੋਲ ਐਕਟ ਦੇ ਅਧੀਨ CPCB ਨੇ ਜਿਹੜਾ ਹੈ ਫਿਰ ਏਅਰ ਪ੍ਰੀਵੈਂਸ਼ਨ ਕੰਟਰੋਲ ਐਕਟ ਨੂੰ ਵੀ ਆਦੇ ਅੰਡਰ ਲੈ ਲਿਆ। ਠੀਕ ਹੈ, ਇਸ ਦੇ ਮੁੱਖ ਕੰਮ ਕੀ ਨੇ? ਪਾਣੀ ਪ੍ਰਦੂਸ਼ਣ ਤੇ ਹਵਾ ਪ੍ਰਦੂਸ਼ਣ ਨੂੰ ਚੈੱਕ ਕਰਨਾ, CPCB। ਵਿਗਿਆਨ ਅਤੇ ਤਕਨਾਲੋਜੀ ਮਹਿਕਮਾ, ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਵੀ ਧਿਆਨ ਰੱਖਦੀ ਹੈ ਕਿ ਜੋ ਵੀ ਟੈਕਨੋਲੋਜੀਜ਼ ਡਿਵੈਲਪ ਹੋ ਰਹੀਆਂ ਨੇ ਕਿਤੇ ਉਹ ਸਾਡੇ ਵਾਤਾਵਰਨ ਨੂੰ ਤਾਂ ਨੁਕਸਾਨ ਨਹੀਂ ਪਹੁੰਚਾ ਰਹੀਆਂ। ਠੀਕ ਹੈ, ਇਸ ਤੋਂ ਇਲਾਵਾ ਵਿਕਾਸ ਪ੍ਰੋਜੈਕਟ ਰਾਸ਼ਟਰੀ ਸੁਵਿਧਾਵਾਂ ਖਾਸ ਤਕਨੀਕਾਂ ਦੇ ਵਿਕਾਸ ਦੇ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਦੀਆਂ ਨੇ। ਖੰਡ ਉਤਪਾਦਕ ਤਕਨੀਕਾਂ, ਉੱਡਦੀ ਸਵਾਹ ਦੀ ਵਰਤੋਂ ਦੇ ਨਿਪਟਾਰੇ ਸੰਬੰਧੀ ਕੋਈ ਟੈਕਨੋਲੋਜੀ ਡਿਵੈਲਪ ਕਰਨੀ, ਇਹ ਸਾਰਾ ਕੰਮ ਹੈ ਜਿਹੜਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਦੇ ਅੰਡਰ ਆਉਂਦਾ ਹੈ। ਤਕਨੀਕੀ ਸੂਚਨਾ ਪ੍ਰਬੰਧ, ਘਰੇਲੂ ਤਕਨੀਕਾਂ ਦਾ ਟੈਕਨੋਲੋਜੀ ਇਨਫੋਰਮੇਸ਼ਨ ਫੋਰਕਾਸਟਿੰਗ ਅਤੇ ਅਸੈਸਮੈਂਟ ਕਾਊਂਸਲ, TIFAC ਫੁੱਲ ਫਾਰਮ ਤੁਹਾਨੂੰ ਆਉਣੀ ਚਾਹੀਦੀ ਹੈ ਬੇਟੇ। ਠੀਕ ਹੈ, ਨੋਟ ਕਰ ਲੈਣੀ ਹੈ ਤੁਸੀਂ ਆਪਣੀ ਕਾਪੀਆਂ ਦੇ ਉੱਤੇ। ਟੈਕਨੋਲੋਜੀ ਇਨਫੋਰਮੇਸ਼ਨ ਫੋਰਕਾਸਟਿੰਗ ਐਂਡ ਅਸੈਸਮੈਂਟ। ਠੀਕ ਹੈ, ਸੋ ਇਹ ਸਾਰੇ ਕੰਮ ਨੇ ਜਿਹੜੇ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਦੇ ਹੁੰਦੇ ਨੇ। ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ, NPE ਫੁੱਲ ਫਾਰਮ ਯਾਦ ਹੋਣੀ ਚਾਹੀਦੀ ਹੈ, ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ, ਜਿਸ ਨੇ ਜਿਹੜਾ ਹੈ ਸਿਫਾਰਿਸ਼ ਕੀਤੀ ਕਿ ਹਰ ਇੱਕ ਲੈਵਲ ਦੇ ਉੱਤੇ ਇਨਵਾਇਰਮੈਂਟਲ ਐਜੂਕੇਸ਼ਨ ਦਾ ਸਬਜੈਕਟ ਹੈ ਜਿਹੜਾ ਉਹ ਕੰਪਲਸਰੀ ਹੋਣਾ ਚਾਹੀਦਾ ਹੈ। ਹੁਣ NCERT ਨਵੀਂ ਦਿੱਲੀ ਨੇ ਪ੍ਰਾਇਮਰੀ ਅਤੇ ਸੈਕੰਡਰੀ ਦੋਨਾਂ ਹੀ ਜਿਹੜੇ ਹੈ ਪ੍ਰਾਇਮਰੀ ਔਰ ਸੈਕੰਡਰੀ ਲੈਵਲ ਦੇ ਉੱਤੇ ਸਿਲੇਬਸ ਦੇ ਵਿੱਚ ਵਾਤਾਵਰਨ ਸਿੱਖਿਆ ਨੂੰ ਕੰਪਲਸਰੀ ਕੀਤਾ ਹੋਇਆ ਹੈ। ਠੀਕ ਹੈ, ਸੋ ਇਹ ਸਾਡੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਬਹੁਤ ਵੱਡਾ ਯੋਗਦਾਨ ਹੈ। ਕੈਪੈਸਿਟੀ 21 ਇਹ ਕੀ ਚੀਜ਼ ਹੈ ਹੁਣ ਬੇਟੇ? ਭਾਰਤ ਵਿੱਚ ਇੱਕ ਕੈਪੈਸਿਟੀ 21 ਪ੍ਰੋਜੈਕਟ ਹੈ ਜੋ ਇੰਦਰਾ ਗਾਂਧੀ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਰਿਸਰਚ ਰਾਹੀਂ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਦੁਆਰਾ ਚਲਾਇਆ ਜਾਂਦਾ ਹੈ। ਹੁਣ ਕਈ ਵਾਰੀ ਤੁਹਾਨੂੰ MCQ ਆ ਸਕਦਾ, ਕੈਪੈਸਿਟੀ 21 ਕਿਹਦੇ ਨਾਲ ਰਿਲੇਟਡ ਹੈ? ਇਨਵਾਇਰਮੈਂਟ ਦੇ ਨਾਲ ਰਿਲੇਟਡ ਹੈ। ਚਲਾਉਂਦਾ ਕੌਣ ਹੈ ਇਹਨੂੰ? ਇੰਦਰਾ ਗਾਂਧੀ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਰਿਸਰਚ, ਜਿਹੜੀ ਕਿ ਵਾਤਾਵਰਨ ਤੇ ਜੰਗਲਾਤ ਮਹਿਕਮੇ ਦੇ ਅੰਡਰ ਹੈ। ਇਸ ਦਾ ਮੁੱਖ ਉਦੇਸ਼ ਕੀ ਹੈ? ਸਰਕਾਰੀ ਰਾਸ਼ਟਰੀ ਸੰਸਥਾਵਾਂ ਤੇ ਸਮਾਜ ਵਿੱਚ ਵੱਖ-ਵੱਖ ਪੱਧਰ ਤੇ ਸਮਰੱਥਾ ਪੈਦਾ ਕਰਨਾ ਜੋ ਕਿ ਗੈਰ ਸਰਕਾਰੀ ਸੰਸਥਾਵਾਂ ਰਾਹੀਂ ਵਾਤਾਵਰਨ, ਆਰਥਿਕਤਾ ਅਤੇ ਸਿਧਾਂਤ ਦੁਆਰਾ ਪੈਦਾ ਕੀਤੀ ਜਾ ਸਕਦੀ ਹੈ, ਤਾਂ ਜੋ ਉਹਨਾਂ ਦੇ ਸਰੋਤਾਂ ਦੀ ਵਰਤੋਂ ਅਤੇ ਯੋਜਨਾ ਸੰਬੰਧੀ ਫੈਸਲੇ ਜਿਵੇਂ ਹਵਾ ਅਤੇ ਪਾਣੀ ਦੀ ਗੁਣਵੱਤਾ ਤੇ ਜੈਵਿਕ ਵਿਭਿੰਨਤਾ ਆਦਿ ਨੂੰ ਬਚਾਇਆ ਜਾ ਸਕੇ। ਸੋ ਕੈਪੈਸਿਟੀ 21 ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਵਾਤਾਵਰਨ ਦੇ ਵਿੱਚ ਜਿੰਨੇ ਵੀ ਕੁਦਰਤੀ ਸੋਮੇ ਨੇ, ਜੰਗਲੀ ਜੀਵਨ ਵੀ ਇਸ ਦੇ ਵਿੱਚ ਆ ਜਾਂਦਾ ਹੈ ਕਿ ਅਸੀਂ ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ ਵੀ ਕਿਸ ਤਰ੍ਹਾਂ ਕਰਨੀ ਹੈ। ਹੁਣ ਅਸੀਂ ਗੱਲ ਕਰਦੇ ਹਾਂ NGOs ਦੀ, ਰੋਲ ਆਫ ਨੌਨ ਗਵਰਨਮੈਂਟ ਆਰਗੇਨਾਈਜੇਸ਼ਨ, ਗੈਰ ਸਰਕਾਰੀ ਸੰਸਥਾਵਾਂ। ਭਾਰਤ ਦੇ ਵਿੱਚ 10,000 ਤੋਂ ਵੱਧ NGOs ਨੇ ਜਿਹੜੀਆਂ ਕਿ ਇਸ ਟਿਕਾਊ ਵਿਕਾਸ ਐਂਡ ਵਾਤਾਵਰਨ ਪ੍ਰਦੂਸ਼ਣ ਨੂੰ ਲੈ ਕੇ ਬਹੁਤ ਹੀ ਸਰਗਰਮ ਰਹਿੰਦੀਆਂ ਨੇ। ਠੀਕ ਹੈ, ਇਹਦੇ ਵਿੱਚੋਂ ਇੱਕ ਹੈ CAPART ਕਾਪਾਟ, ਫੁੱਲ ਫਾਰਮ ਆਉਣੀ ਚਾਹੀਦੀ ਹੈ ਤੁਹਾਨੂੰ, ਕਾਉਂਸਿਲ ਆਫ ਐਡਵਾਂਸਮੈਂਟ ਆਫ ਪੀਪਲਸ ਐਕਸ਼ਨ ਐਂਡ ਰੂਰਲ ਟੈਕਨੋਲੋਜੀ, ਜਿਹੜੀ ਕਿ ਰੂਰਲ ਏਰੀਆਜ਼ ਦੇ ਵਿੱਚ ਵੀ ਜਿਹੜਾ ਹੈ ਬਹੁਤ ਕੰਮ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਟੈਕਨੋਲੋਜੀ ਦਾ ਪਤਾ ਚੱਲ ਜਾਏ, ਟਿਕਾਊ ਵਿਕਾਸ ਨੂੰ ਕਿਸ ਤਰ੍ਹਾਂ ਦੇ ਨਾਲ ਅਸੀਂ ਅਚੀਵ ਕਰ ਸਕਦੇ ਹਾਂ। ਰੂਰਲ ਏਰੀਆਜ਼ ਦੇ ਵਿੱਚ ਵੀ ਇਹ ਬਹੁਤ ਅਵੇਅਰਨੈਸ ਕ੍ਰੀਏਟ ਕਰਦੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਏਜੰਸੀਆਂ ਦੀ ਭੂਮਿਕਾ, ਰੋਲ ਆਫ ਇੰਟਰਨੈਸ਼ਨਲ ਏਜੰਸੀਜ਼ ਜਾਂ ਇੰਟਰਨੈਸ਼ਨਲ ਜਿਹੜੀ ਹੈ ਕੰਟਰੀਬਿਊਸ਼ਨ ਕੀ ਹੈ। ਅਰਥ ਸਮਿਟ ਤੁਹਾਨੂੰ ਪਤਾ ਹੈ, ਠੀਕ ਹੈ, ਰਿਓ ਡੀ ਜਨੇਰੀਓ ਦੇ ਵਿੱਚ ਹੋਈ ਸੀ ਬ੍ਰਾਜ਼ੀਲ ਦੇ ਵਿੱਚ, ਜਿਸ ਦਾ ਮੁੱਖ ਏਜੰਡਾ ਕੀ ਸੀ? ਵਾਤਾਵਰਨ ਨੂੰ ਬਚਾਉਣਾ। ਇਸੇ ਤਰ੍ਹਾਂ ਬ੍ਰਿਟਲੈਂਡ ਕਮਿਸ਼ਨ ਰਿਪੋਰਟ 1987 ਦੇ ਵਿੱਚ ਹੋਈ ਸੀ,
ਜਿਹਦਾ ਥੀਮ ਸੀਗਾ ਆਵਰ ਕਾਮਨ ਫਿਊਚਰ। ਠੀਕ ਹੈ, ਕਿ ਇਹ ਨਹੀਂ ਹੈ ਕਿ ਅਸੀਂ ਇੱਕ ਏਰੀਆ ਦੇ ਵਿੱਚ ਵਾਤਾਵਰਨ ਨੂੰ ਬਚਾਵਾਂਗੇ ਔਰ ਦੂਸਰੇ ਏਰੀਆ ਦੇ ਵਿੱਚ ਅਸੀਂ ਪੋਲਿਊਸ਼ਨ ਕਰਾਂਗੇ, ਉਸ ਦਾ ਕੋਈ ਫਾਇਦਾ ਨਹੀਂ ਹੈ। ਪੂਰੇ ਦੇ ਪੂਰੇ ਗਲੋਬ ਨੂੰ, ਪੂਰੀ ਦੀ ਪੂਰੀ ਅਰਥ ਤੇ ਜਿੰਨੇ ਵੀ ਲਿਵਿੰਗ ਜਿਹੜੇ ਅਸੀਂ ਹਿਊਮਨ ਬੀਇੰਗ ਆ, ਉਹਨਾਂ ਨੂੰ ਇਹ ਸੋਚਣਾ ਪਏਗਾ ਕਿ ਅਸੀਂ ਕਲੈਕਟਿਵਲੀ ਵਾਤਾਵਰਨ ਨੂੰ ਬਚਾਉਣਾ ਹੈ। ਟਿਕਾਊ ਵਿਕਾਸ ਤੇ ਵਿਸ਼ਵ ਸਮਿਟ, ਠੀਕ ਹੈ, ਇਸ ਦਾ ਵੀ ਇਹੀ ਸੀਗਾ ਫੁੱਲ ਫਾਰਮ WSSD। ਓਕੇ, ਸੋ ਤੁਸੀਂ ਫੁੱਲ ਫਾਰਮ ਯਾਦ ਕਰ ਲੈਣੀ ਹੈ, ਦ ਵਰਲਡ ਸਮਿਟ ਔਨ ਸਸਟੇਨੇਬਲ ਡਿਵੈਲਪਮੈਂਟ। ਇਹ ਸਾਰੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸੈਮੀਨਾਰਸ ਹੁੰਦੇ ਨੇ, ਕਾਨਫਰੰਸਿਸ ਹੁੰਦੀਆਂ ਨੇ। ਠੀਕ ਹੈ, ਮੌਂਟਰੀਅਲ ਪ੍ਰੋਟੋਕੋਲ, ਇਹ ਵੀ ਇੱਕ ਜਿਹੜੀ ਹੈ ਸਾਡੀ ਇੰਟਰਨੈਸ਼ਨਲ ਉਦਮ ਹੈ, ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਟਰੀਬਿਊਸ਼ਨ ਹੈ, ਜਿਸ ਦਾ ਮੇਨ ਮਕਸਦ ਹੈ ਕਿ ਓਜ਼ੋਨ ਪਰਤ ਨੂੰ ਖਤਮ ਨਹੀਂ ਹੋਣ ਦੇਣਾ। ਐਸੇ ਸਬਸਟੈਂਸਿਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਓਜ਼ੋਨ ਦੀ ਡਿਪਲੀਸ਼ਨ ਹੋਵੇ। UNDP ਦਾ ਲਾਈਵ ਪ੍ਰੋਗਰਾਮ, ਠੀਕ ਹੈ, ਲਾਈਵ ਪ੍ਰੋਗਰਾਮ ਆਫ UNDP ਯੂਨਾਈਟਿਡ ਨੇਸ਼ਨ ਡਿਵੈਲਪਮੈਂਟਲ ਪ੍ਰੋਗਰਾਮ 1992 ਵਿੱਚ ਰਿਓ ਡੀ ਜਨੇਰੀਓ ਬ੍ਰਾਜ਼ੀਲ ਵਿਖੇ ਅਰਥ ਸਮਿਟ ਦੇ ਦੌਰਾਨ ਇਸ ਨੂੰ ਮੈਂਸ਼ਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸੀ ਕਿ ਨਾਗਰਿਕਾਂ ਨੂੰ ਉਹਨਾਂ ਦੇ ਸਥਾਨਕ ਮੁਸ਼ਕਲਾਂ ਦਾ ਆਪਣੇ ਆਪ ਹੱਲ ਤਲਾਸ਼ ਕਰਨਾ ਪਏਗਾ, ਸਰਕਾਰ ਦੇ ਉੱਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ। SDNP ਸਸਟੇਨੇਬਲ ਡਿਵੈਲਪਮੈਂਟ ਨੈਟਵਰਕ ਪ੍ਰੋਗਰਾਮ, ਇਹ ਵੀ UNDP ਦੇ ਅੰਡਰ ਹੀ ਆਉਂਦਾ। ਠੀਕ ਹੈ, ਇਸ ਨੂੰ ਵਿਸ਼ਵ ਪੱਧਰ 'ਤੇ ਲਾਗੂ ਕੀਤਾ ਗਿਆ ਤਾਂ ਕਿ ਹਰ ਇੱਕ ਨੂੰ ਟਿਕਾਊ ਵਿਕਾਸ ਕਿਵੇਂ ਹੋ ਰਿਹਾ, ਟਿਕਾਊ ਵਿਕਾਸ ਵਾਸਤੇ ਕੀ ਕੀ ਕਰਨਾ ਚਾਹੀਦਾ, ਹਰ ਇੱਕ ਨੂੰ ਨੌਲੇਜ ਹੋਣੀ ਚਾਹੀਦੀ ਹੈ। ਕਿਓਟੋ ਪ੍ਰੋਟੋਕੋਲ, ਇਹ ਸਾਰਾ ਅਸੀਂ ਗੱਲ ਕਰ ਰਹੇ ਇੰਟਰਨੈਸ਼ਨਲ ਭਾਗੀਦਾਰੀ ਦੀ, ਕਿ ਵਾਤਾਵਰਨ ਨੂੰ ਕਿਸ ਤਰੀਕੇ ਦੇ ਨਾਲ ਬਚਾ ਕੇ ਰੱਖਣਾ ਹੈ, ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਹੜੇ ਕਿਹੜੇ ਕਦਮ ਚੁੱਕੇ ਜਾ ਰਹੇ ਹਨ। ਕਿਓਟੋ ਪ੍ਰੋਟੋਕੋਲ ਦਸੰਬਰ 1997 ਵਿੱਚ ਪਹਿਲੀ ਵਾਰੀ ਹੋਇਆ, 160 ਦੇਸ਼ਾਂ ਨੇ ਭਾਗ ਲਿਆ। ਠੀਕ ਹੈ, ਜਾਪਾਨ ਦੇ ਕਿਓਟੋ ਸ਼ਹਿਰ ਵਿੱਚ ਹੋਇਆ ਸੀ, ਇਸ ਕਰਕੇ ਇਸ ਨੂੰ ਕਿਓਟੋ ਪ੍ਰੋਟੋਕੋਲ ਕਹਿੰਦੇ ਨੇ। ਗ੍ਰੀਨ ਹਾਊਸ ਪ੍ਰਭਾਵ ਤੋਂ ਜਿਹੜੀਆਂ ਗੈਸਿਸ ਨੇ ਗ੍ਰੀਨ ਹਾਊਸ ਪ੍ਰਭਾਵ ਕਰਦੀਆਂ ਨੇ, ਉਹਨਾਂ ਦੀ ਇਮਿਸ਼ਨ ਨੂੰ ਕਿਵੇਂ ਘੱਟ ਕੀਤਾ ਜਾ ਸਕੇ, ਇਹਦੇ ਉੱਤੇ ਫਸਟ ਟਾਈਮ ਸਿੰਪੋਜ਼ੀਅਮ ਹੋਇਆ। ਫਿਰ ਸਮੇਂ-ਸਮੇਂ 'ਤੇ ਅਲੱਗ-ਅਲੱਗ ਸਾਲਾਂ ਦੇ ਵਿੱਚ ਸਿੰਪੋਜ਼ੀਅਮ ਹੁੰਦੇ ਰਹਿੰਦੇ ਨੇ। ਭਾਰਤ ਦੇ ਖੇਤਰ ਜਿਹੜਾ ਹੈ ਹੇਠ ਲਿਖੀਆਂ ਮਹੱਤਵਪੂਰਨ ਅੰਤਰਰਾਸ਼ਟਰੀਆਂ ਸੰਧੀਆਂ ਅਤੇ ਸਮਝੌਤਿਆਂ ਉੱਪਰ ਦਸਤਖਤ ਕਰ ਚੁੱਕਾ ਹੈ। ਜਿਵੇਂ ਆਪਾਂ ਕਿਹਾ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਸੈਮੀਨਾਰਸ ਹੁੰਦੇ ਨੇ, ਵੱਖ-ਵੱਖ ਦੇਸ਼ ਭਾਗ ਲੈਂਦੇ ਨੇ, ਉੱਥੇ ਉਹਨਾਂ ਦੇ ਸਾਈਨ ਹੁੰਦੇ ਨੇ ਕਿ ਹੁਣ ਜੋ ਵੀ ਅਸੀਂ ਸਮਝੌਤਾ ਕੀਤਾ ਉਹਦੇ ਉੱਪਰ ਹਰ ਇੱਕ ਦੇਸ਼ ਨੂੰ ਜਿਹੜਾ ਹੈ ਇਹ ਸਮਝੌਤਾ ਲਾਗੂ ਕਰਨਾ ਪਏਗਾ। ਠੀਕ ਹੈ, ਇੰਟਰਨੈਸ਼ਨਲ ਕਨਵੈਨਸ਼ਨ ਫॉर ਰੈਗੂਲੇਸ਼ਨ ਆਫ ਵੇਲਿੰਗ, ਇੰਟਰਨੈਸ਼ਨਲ ਪਲਾਂਟ ਪ੍ਰੋਟੈਕਸ਼ਨ ਕਨਵੈਨਸ਼ਨ, ਇਹ ਸਾਰੇ ਜਿਹੜੇ ਨੇ ਲਾਜ਼ ਬਣਾਏ ਗਏ ਸੀ। ਤੁਸੀਂ ਸਟੂਡੈਂਟਸ ਨੋਟ ਕਰ ਲੈਣਾ, ਵੀਡੀਓ ਨੂੰ ਪੌਜ਼ ਕਰਨਾ ਔਰ ਇਹਨਾਂ ਨੂੰ ਜਿਹੜੇ ਸਮਝੌਤਿਆਂ ਦੇ ਉੱਤੇ ਸਾਈਨ ਹੋਏ ਨੇ ਉਹਨਾਂ ਨੂੰ ਤੁਸੀਂ ਨੋਟ ਕਰ ਲੈਣਾ। ਜਸਟ ਗਿਵ ਅ ਰੀਡਿੰਗ, ਠੀਕ ਹੈ, ਕਿ ਕਿਹੜੇ ਕਿਹੜੇ ਉੱਥੇ ਸਮਝੌਤੇ ਲਏ ਜਾਂਦੇ ਨੇ, ਉਹ ਸਮਝੌਤੇ ਲਏ ਕਿਉਂ ਜਾਂਦੇ ਨੇ, ਮੇਨ ਇੰਪੋਰਟੈਂਟ ਉਹ ਹੈ। ਸਾਰੇ ਸਮਝੌਤੇ ਵਾਤਾਵਰਨ ਨੂੰ ਬਚਾਉਣ ਵਾਸਤੇ ਲਏ ਜਾਂਦੇ ਨੇ। ਠੀਕ ਹੈ, ਕਿ ਕਿਸ ਤਰ੍ਹਾਂ ਅਸੀਂ ਟੈਕਨੋਲੋਜੀ ਡਿਵੈਲਪ ਕਰਨੀ ਹੈ, ਬਾਇਓਡਾਇਵਰਸਿਟੀ ਨੂੰ ਕਿਸ ਤਰ੍ਹਾਂ ਅਸੀਂ ਬਚਾਉਣਾ ਹੈ, ਓਜ਼ੋਨ ਨੂੰ ਕਿਸ ਤਰ੍ਹਾਂ ਅਸੀਂ ਡਿਪਲੀਟ ਹੋਣ ਤੋਂ ਬਚਾਉਣਾ ਹੈ। ਠੀਕ ਹੈ, ਜਿਹੜਾ ਹੈ ਮਾਈਗ੍ਰੇਟਰੀ ਸਪੀਸ਼ੀਜ਼ ਨੇ ਜਿਹੜੀਆਂ, ਇੱਕ ਸੀਜ਼ਨ ਚੇਂਜ ਹੁੰਦਾ ਤਾਂ ਕੁਝ ਬਰਡਸ ਉੱਡ ਕੇ ਦੂਸਰੇ ਏਰੀਆ ਦੇ ਵਿੱਚ ਆ ਜਾਂਦੇ ਨੇ ਜਿੱਥੇ ਸੀਜ਼ਨ ਫੇਵਰੇਟ ਹੈ। ਸੋ ਉਹ ਵੀ ਇੱਕ ਤਰ੍ਹਾਂ ਦੇ ਨਾਲ ਵਾਤਾਵਰਨ ਦਾ ਹੀ ਹਿੱਸਾ ਹਨ। ਇਹ ਸਾਰੇ ਸਮਝੌਤਿਆਂ ਦੇ ਉੱਤੇ ਭਾਰਤ ਨੇ ਸਾਈਨ ਕੀਤੇ ਹੋਏ ਹਨ। ਪ੍ਰੋਗਰਾਮ ਐਂਡ ਪ੍ਰੋਜੈਕਟ ਦਿੱਤੇ ਜਾਂਦੇ ਨੇ ਫਿਰ। ਠੀਕ ਹੈ, ਇਸ ਤਰ੍ਹਾਂ ਦੇ ਪ੍ਰੋਜੈਕਟ ਦਿੱਤੇ ਜਾਂਦੇ ਨੇ, ਫਿਰ ਉਹਨਾਂ ਦੀ ਰਿਪੋਰਟ ਲਿਖੀ ਜਾਂਦੀ ਹੈ, ਉਹਨਾਂ ਦੇ ਰਿਜ਼ਲਟ ਲਿਖੇ ਜਾਂਦੇ ਨੇ। ਇੰਟਰਨੈਸ਼ਨਲ ਲੈਵਲ 'ਤੇ ਪ੍ਰੋਜੈਕਟ ਦਿੱਤੇ ਜਾਂਦੇ ਨੇ, ਨੈਸ਼ਨਲ ਲੈਵਲ ਦੇ ਉੱਤੇ ਪ੍ਰੋਜੈਕਟ ਦਿੱਤੇ ਜਾਂਦੇ ਨੇ, ਸਟੂਡੈਂਟਸ ਨੂੰ ਪ੍ਰੋਜੈਕਟ ਦਿੱਤੇ ਜਾਂਦੇ ਨੇ। ਵਿਸ਼ਵ ਬੈਂਕ, UNDP, UNEP ਯੂਨਾਈਟਿਡ ਨੇਸ਼ਨ ਇਨਵਾਇਰਮੈਂਟਲ ਪ੍ਰੋਗਰਾਮ, ਇਹ ਸਾਰਿਆਂ ਦੀ ਫੁੱਲ ਫਾਰਮ ਤੁਹਾਨੂੰ ਬੇਟੇ ਆਉਣੀ ਚਾਹੀਦੀ ਹੈ। ਠੀਕ ਹੈ, ਗਲੋਬਲ ਇਨਵਾਇਰਮੈਂਟਲ ਫੈਸਿਲਿਟੀ ਥਰੂ ਵਰਲਡ ਬੈਂਕ ਜਿਹੜਾ ਹੈ ਲੋਨ ਦਿੰਦਾ ਹੈ, ਇਕਨੋਮਿਕ ਏਡ ਦਿੰਦਾ ਹੈ ਹਰ ਇੱਕ ਕੰਟਰੀ ਨੂੰ, ਤਾਂ ਕਿ ਤੁਸੀਂ ਆਪਣੇ ਵਾਤਾਵਰਨ ਨੂੰ, ਪ੍ਰਦੂਸ਼ਣ ਨੂੰ ਘਟਾ ਸਕੋ। ਠੀਕ ਹੈ, ਸੋ ਵਰਲਡ ਬੈਂਕ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈ। ਸੋ ਹੁਣ ਤੁਹਾਨੂੰ ਇਹ ਚੈਪਟਰ ਅੱਛੀ ਤਰ੍ਹਾਂ ਦੇ ਨਾਲ ਆ ਗਿਆ ਹੋਵੇਗਾ। ਨੱਟ ਸ਼ੈਲ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਕਿਵੇਂ ਯੋਗਦਾਨ ਪਾ ਸਕਦੇ ਹਾਂ ਵਾਤਾਵਰਨ ਨੂੰ ਬਚਾਉਣ ਵਿੱਚ, ਟਿਕਾਊ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ। ਸਮਾਜ ਦੀ ਕੀ ਭੂਮਿਕਾ ਰਹੀ ਹੈ, ਫਿਊਚਰ ਵਿੱਚ ਸਮਾਜ ਦੀ ਕੀ ਭੂਮਿਕਾ ਹੋਵੇਗੀ।
ਰਾਸ਼ਟਰੀ ਪੱਧਰ 'ਤੇ ਅਸੀਂ ਕੀ ਕਰ ਸਕਦੇ ਹਾਂ, ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਹੜੀਆਂ ਜਿਹੜੇ ਚੁੱਕੇ ਜਾ ਰਹੇ ਨੇ ਕਦਮ। ਠੀਕ ਹੈ, ਇਹ ਸਾਰਾ ਕੁਝ ਇਸ ਚੈਪਟਰ ਦੇ ਵਿੱਚ ਅਸੀਂ ਡਿਟੇਲ ਵਿੱਚ ਕੀਤਾ। ਹੁਣ ਮੈਨੂੰ ਉਮੀਦ ਹੈ ਕਿ ਜਿੰਨੇ ਵੀ ਇਸ ਚੈਪਟਰ ਦੇ ਵਿੱਚ ਅਭਿਆਸ ਦੇ ਵਿੱਚ ਬੈਕ ਐਕਸਰਸਾਈਜ਼ ਨੇ ਤੁਸੀਂ ਹੁਣ ਬਹੁਤ ਈਜ਼ਲੀ ਸੋਲਵ ਕਰ ਸਕਦੇ ਹੋ। ਠੀਕ ਹੈ, ਟਿਕਾਊ ਵਿਕਾਸ ਦੇ ਸੰਦਰਭ ਵਿੱਚ ਕੋਈ ਉਦਾਹਰਨ ਕਿਵੇਂ ਕਾਇਮ ਕਰ ਸਕਦਾ ਹੈ, ਕਿੰਨੀਆਂ ਹੀ ਆਪਾਂ ਉਦਾਹਰਨਾਂ ਕੀਤੀਆਂ। ਅੰਨਾ ਹਜ਼ਾਰੇ ਜੀ ਦੀ ਅਸੀਂ ਐਗਜ਼ਾਮਪਲ ਲਈ। ਠੀਕ ਹੈ, ਨਿਰਮਲ ਸਿੰਘ ਜੋ ਓਵਰਸੀਜ਼ ਬੈਂਕ ਦੇ ਵਿੱਚ ਬੈਂਕ ਇੰਪਲਾਈ ਸੀ, ਉਹਦੀ ਐਗਜ਼ਾਮਪਲ ਲਈ ਅਸੀਂ। ਚਿਪਕੋ ਅੰਦੋਲਨ ਅਸੀਂ ਪੜ੍ਹ ਲਿਆ। CPCB ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ। ਵਿਗਿਆਨ ਅਤੇ ਤਕਨੋਲੋਜੀ ਕੀ ਕਰ ਸਕਦੀ ਹੈ, ਇਹਦੇ ਬਾਰੇ ਵੀ ਅਸੀਂ ਪੜ੍ਹਿਆ। ਅੰਤਰਰਾਸ਼ਟਰੀ ਏਜੰਸੀਆਂ ਦੀ ਕੀ ਭੂਮਿਕਾ, ਸਿਸਟਮ। ਠੀਕ ਹੈ, ਇਸ ਤੋਂ ਇਲਾਵਾ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਨੇ ਕਿ ਆਪਣੇ ਖੇਤਰ ਦੇ ਸੁਧਾਰ ਵਿੱਚ ਤੁਸੀਂ ਕੀ ਕਰ ਸਕਦੇ ਹੋ। ਬੀਇੰਗ ਐਨ ਇੰਡੀਵਿਜੂਅਲ ਅਸੀਂ ਕੀ ਕਰ ਸਕਦੇ ਹਾਂ, ਅਸੀਂ ਡਿਸਕਸ ਕੀਤਾ। ਵਿਅਕਤੀਗਤ ਤੌਰ 'ਤੇ ਅਸੀਂ ਕਿਵੇਂ ਚੇਂਜ ਲਿਆ ਸਕਦੇ ਹਾਂ। ਵਾਤਾਵਰਣ ਅਤੇ ਜੰਗਲਾਤ ਮਹਿਕਮੇ ਦੀ ਕੀ ਭੂਮਿਕਾ ਹੈ। ਅੰਤਰਰਾਸ਼ਟਰੀ ਏਜੰਸੀਆਂ ਟਿਕਾਊ ਵਿਕਾਸ ਲਈ ਕਿਵੇਂ ਸਹਾਈ ਹਨ। ਵਾਤਾਵਰਣ ਦੀ ਸਾਂਭ ਸੰਭਾਲ ਲਈ NGOs ਕੀ ਕਰ ਸਕਦੇ ਨੇ। ਇਹ ਸਾਰਾ ਕੁਝ ਅਸੀਂ ਡਿਟੇਲ ਦੇ ਵਿੱਚ ਕੀਤਾ। ਹੁਣ ਤੁਸੀਂ ਇਹ ਬੈਕ ਐਕਸਰਸਾਈਜ਼ ਨੇ ਜਿਹੜੀਆਂ ਬੇਟੇ ਆਪਣੀ ਕਾਪੀ ਦੇ ਉੱਤੇ ਆਨਸਰਸ ਨੋਟ ਕਰ ਲੈਣੇ ਨੇ। ਠੀਕ ਹੈ, ਇਸ ਦੇ ਨਾਲ ਹੀ ਸਾਡਾ ਚੈਪਟਰ 9 ਖਤਮ ਹੁੰਦਾ ਹੈ। We will meet in the next lecture with chapter 10th. Till then, study well, learn well and have a nice day. Thank you.